ਬਾਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ। ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਟਿਕਿਓ ਜਾਮਣੀ ਆਪਣੇ ਡੇਰੇ, ਖਾਨ ਪਾਨ ਗੁਰ ਪਠਿਓ ਕਨੇਰੇ। ਆਪਨ ਮਾਤ ਸੰਗ ਬਾਤ ਜਨਾਈ, ਹਮਹਿ ਸ਼ਾਹੋ ਨੇ ਪਠਿਓ ਬੁਲਾਈ। ਟਿਕਿਓ ਜਾਮਣੀ ਆਪਣੇ ਡੇਰੇ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ, ਸਭਨਾਂ ਦੀ ਇੱਜ਼ਤ ਰੱਖਣ ਵਾਲੇ, ਪਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ। ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗ੍ਰੰਥ ਸਾਹਿਬ ਜੀਓ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਭੋਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਮਹਾਰਾਜ ਗਰੀਬ ਨਵਾਜ ਕਿਰਪਾ ਕਰਦੇ ਹਨ। ਵੱਡੇ ਭਾਗਾਂ ਦੇ ਨਾਲ ਐਸੇ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਮਿਲੇ ਹਨ, ਜਿਨ੍ਹਾਂ ਨੇ ਭੁੱਲਿਆਂ ਹੋਇਆਂ ਨੂੰ, ਭਟਕ ਚੁੱਕੇ ਹੋਇਆਂ ਨੂੰ ਪਰਮੇਸ਼ਰ ਦੇ ਰਸਤੇ 'ਤੇ ਤੋਰਿਆ ਹੈ ਜੀ। ਆਪ ਜੀ ਨੇ ਮੁੱਖ ਵਾਕ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਮਹਾਰਾਜ ਜੀ ਕਿਰਪਾ ਕਰਦੇ ਹਨ। ਭਾਈ ਪਿਆਰਿਆ, ਆਪਣੇ ਮਨ ਨਾਲ ਗੱਲਾਂ ਕਰਿਆ ਕਰ। ਹੇ ਮਨਾ, ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ। ਪ੍ਰੇਮ ਨਾਲ ਸਾਰੇ ਕਹੋ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਫਿਰ ਪ੍ਰੇਮ ਨਾਲ ਕਹੋ ਜੀ ਵਾਹਿਗੁਰੂ, ਵਾਹਿਗੁਰੂ। ਸੋ ਹੁਣ ਆਪਾਂ ਲੜੀਵਾਰ ਕਥਾ ਦੇ ਨਾਲ ਜੁੜਨਾ ਹੈ। ਸਾਰੀ ਸੰਗਤ ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਧਰਤੀ ਉੱਤੇ ਸੱਜੇ ਹਨ। ਮਹਾਰਾਜ ਜੀ ਦੇ ਕੋਲ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਭੇਜਿਆ ਹੈ ਜੀ। ਵਜ਼ੀਰ ਖਾਨ ਦੇ ਜੀਵਨ ਬਾਰੇ ਕੱਲ੍ਹ ਵੀ ਤੁਸੀਂ ਸੁਣਿਆ। ਵਜ਼ੀਰ ਖਾਨ ਬੜੇ ਨੇਮ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਕਰਦਾ ਹੁੰਦਾ ਸੀਗਾ ਜੀ। ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਉਹਦੀ ਜਾਨ ਬਚੀ ਸੀਗੀ ਜੀ।
ਵਜ਼ੀਰ ਖਾਨ ਨੂੰ ਭੇਜਿਆ। ਵਜ਼ੀਰ ਖਾਂ ਬੜੀ ਸੁਮੱਤ ਵਾਲਾ ਹੈ ਅਤੇ ਬੜਾ ਸਿਆਣਾ ਹੈ ਜੀ। ਚੇਤਾ ਰੱਖਿਓ, ਸੁਮੱਤਵਾਨ ਸਿਆਣੇ ਪੁਰਸ਼, ਰੱਬ ਦੇ ਭੈ ਵਾਲੇ ਬੰਦੇ ਕਈ ਵਾਰੀ ਪਹਿਲੀ ਵਾਰੀ ਹਾਜ਼ਰੀ ਵਿੱਚ ਆਇਆ ਬੜੀਆਂ ਬੜੀਆਂ ਦਾਤਾਂ ਲੈ ਜਾਂਦੇ ਜੀ। ਜਿਨ੍ਹਾਂ ਦੇ ਕੋਲ ਸੁਮੱਤ ਨਹੀਂ ਹੁੰਦੀ, ਸਾਧ ਸੰਗਤ ਜੀ, ਭੈ ਨਹੀਂ ਹੁੰਦਾ, ਸਾਰੀ ਸਾਰੀ ਉਮਰ ਹੀ ਆਉਂਦੇ ਰਹਿੰਦੇ ਆ, ਪ੍ਰਾਪਤੀ ਨਹੀਂ ਹੁੰਦੀ ਜੀ। ਉਹ ਗੱਲ ਨਹੀਂ ਬਣਦੀ ਜਿਹੜੀ ਬਣਨੀ ਚਾਹੀਦੀ ਹੈ ਜੀ। ਵਜ਼ੀਰ ਖਾਨ ਮਹਾਰਾਜ ਜੀ ਨੂੰ ਮਿਲਿਆ। ਵਜ਼ੀਰ ਖਾਂ ਕਿਵੇਂ ਸਤਿਗੁਰਾਂ ਦੇ ਕੋਲ ਆਇਆ, ਕਿਵੇਂ ਮਹਾਰਾਜ ਜੀ ਨੂੰ ਮਿਲਿਆ, ਕੱਲ੍ਹ ਦੀ ਕਥਾ ਤੁਸੀਂ ਸੁਣੀ ਹੈ ਸਾਰੀ ਜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਜ਼ੀਰ ਖਾਨ ਨੂੰ ਆਪਣੇ ਪਾਸ ਬਿਠਾਇਆ ਜੀ, ਆਪਣੇ ਕੋਲ ਬਿਠਾਇਆ, ਸਾਰੀ ਗੱਲ ਪੁੱਛੀ। ਵਜ਼ੀਰ ਖਾਨ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਦਿੱਲੀ ਲੈ ਜਾਣ ਵਾਸਤੇ ਆਇਆ ਹਾਂ। ਬਾਦਸ਼ਾਹ ਜਹਾਂਗੀਰ ਤੁਹਾਨੂੰ ਦਿੱਲੀ ਵਿੱਚ ਯਾਦ ਕਰ ਰਿਹਾ ਹੈ। ਮਹਾਰਾਜ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਵਜ਼ੀਰ ਖਾਂ ਸਾਨੂੰ ਪਤਾ ਹੈ ਬਾਦਸ਼ਾਹਾਂ ਦਾ ਸੱਦਾ ਕਿਹੋ ਜਿਹਾ ਹੁੰਦਾ। ਕਹਿਣ ਲੱਗੇ, ਉਹੋ ਜਿਹਾ ਹੀ ਸੱਦਾ ਜਿਹੋ ਜਿਹਾ ਸਾਡੇ ਪਿਤਾ ਜੀ ਨੂੰ ਭੇਜਿਆ ਸੀਗਾ ਜੀ। ਅਤੇ ਉਸੇ ਵੇਲੇ ਵਜ਼ੀਰ ਖਾਂ ਹੋਰ ਨਿਮਰਤਾ ਵਿੱਚ ਆ ਗਿਆ, ਕਹਿਣ ਲੱਗਾ, ਮਹਾਰਾਜ ਮੈਂ ਕਹਿਣਾ ਤਾਂ ਨਹੀਂ ਸੀ ਤੁਹਾਨੂੰ, ਪਰ ਮੈਂ ਬੇਨਤੀ ਕਰਦਾ ਆਪ ਜੀ ਦਿੱਲੀ ਆਓ। ਮਹਾਰਾਜ ਚੰਦੂ ਦੁਸ਼ਟ ਪਾਪੀ ਹਰ ਸਮੇਂ ਦਿੱਲੀ ਬਾਦਸ਼ਾਹ ਦੇ ਲਾਗੇ ਰਹਿੰਦਾ ਹੈ। ਭਾਵੇਂ ਇਸ ਕੰਮ ਵਿੱਚ ਬਾਦਸ਼ਾਹ ਵੀ ਸ਼ਾਮਲ ਸੀ, ਪਰ ਮੈਨੂੰ ਪਤਾ ਲੱਗਾ ਤੁਸੀਂ ਚੰਦੂ ਨੂੰ ਸਬਕ ਸਿਖਾਉਣਾ ਹੈ ਅਤੇ ਮਹਾਰਾਜ ਚੰਦੂ ਉੱਥੇ ਤੁਹਾਡੇ ਹੱਥ ਲੱਗੇਗਾ। ਸਤਿਗੁਰੂ ਜੀ ਨੂੰ ਪਤਾ ਵੀ ਕੀ ਹੋਣਾ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ। ਫਿਰ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ, ਤੁਸੀਂ ਰਾਤ ਇੱਥੇ ਰਹੋ, ਕੱਲ੍ਹ ਦਿਨੇ ਤੁਹਾਨੂੰ ਉੱਤਰ ਦਿਆਂਗੇ। ਸੋ ਸੰਗਤ ਜੀ, ਮਹਾਰਾਜ ਗਰੀਬ ਨਵਾਜ ਉਹਨਾਂ ਨੂੰ ਤੋਰ ਕੇ ਸੋਦਰ ਜੀ ਦਾ ਪਾਠ ਕਰਕੇ ਸ਼ਾਮ ਨੂੰ ਮਾਤਾ ਜੀ ਦੇ ਕੋਲ ਗਏ, ਮਾਤਾ ਗੰਗਾ ਜੀ ਦੇ ਕੋਲ ਜੀ। ਇੱਥੋਂ ਤੱਕ ਕਥਾ ਆਪਾਂ ਨੇ ਸਰਵਣ ਕੀਤੀ ਸੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ, ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਪਹੁੰਚ ਗਏ ਜੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟਿਕਿਓ ਜਾਮਨੀ ਆਪਣੇ ਡੇਰੇ। ਵਜ਼ੀਰ ਖਾਨ ਰਾਤ ਫਿਰ ਜਿਸ ਜਗ੍ਹਾ ਮਹਾਰਾਜ ਨੇ ਉਹਦਾ ਆਸਣ ਦਵਾਇਆ ਨਾ ਜੀ, ਉਸ ਜਗ੍ਹਾ ਟਿਕ ਗਿਆ ਜੀ। ਹਾਂਜੀ, ਖਾਨ ਪਾਨ ਗੁਰ ਪਠਿਓ ਕਨੇਰੇ। ਗੁਰੂ ਸਾਹਿਬ ਜੀ ਨੇ ਉਹਦੇ ਲੰਗਰ ਦਾ ਬੜਾ ਧਿਆਨ ਰੱਖਿਆ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਪਿਆਰ ਵਾਲਿਆਂ ਦਾ ਧਿਆਨ ਮਹਾਰਾਜ ਰੱਖਦੇ ਨੇ। ਸਭ ਕੁਝ ਉਹਦੇ ਅਸਥਾਨ 'ਤੇ ਹੀ ਪਹੁੰਚਾਇਆ, ਉਹਦੇ ਤੰਬੂ 'ਚ ਮਹਾਰਾਜ ਨੇ ਪਹੁੰਚਵਾਇਆ ਜੀ। ਆਪਨ ਮਾਤ ਸੰਗ ਬਾਤ ਜਨਾਈ। ਤੇ ਮਹਾਰਾਜ ਆਪ ਗੁਰੂ ਕੇ ਮਹਿਲਾਂ 'ਚ ਘਰ ਆ ਗਏ ਜੀ। ਮਾਤਾ ਜੀ, ਮਾਤਾ ਗੰਗਾ ਜੀ ਬੈਠੇ ਨੇ। ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੇ ਨਾਲ ਗੱਲ ਚਲਾਈ ਜੀ। ਹਮਹਿ ਸ਼ਾਹੋ ਨੇ ਪਠਿਓ ਬੁਲਾਈ। ਮਾਤਾ ਜੀ, ਸਾਨੂੰ ਜਹਾਂਗੀਰ ਬਾਦਸ਼ਾਹ ਦਿੱਲੀ ਸੱਦ ਰਿਹਾ ਹੈ। ਕਿਉਂ? ਮਾਤਾ ਜੀ ਨਾਲ ਗੱਲ ਕਰਨੀ ਬੜੀ ਜ਼ਰੂਰੀ ਸੀ। ਹਾਂਜੀ, ਸੁਨਤ ਗੰਗ ਚਿਤ ਚਿੰਤ ਬਿਸਾਲਾ। ਜਦੋਂ ਮਾਤਾ ਜੀ ਨੇ ਸੁਣਿਆ ਨਾ ਜੀ, ਮਾਤਾ ਜੀ ਨੂੰ ਚਿੰਤਾ ਲੱਗ ਗਈ ਜੀ। ਬੜੀ ਚਿੰਤਾ ਮਾਤਾ ਜੀ ਨੂੰ ਲੱਗੀ ਜੀ। ਸੁਤ ਕੇ ਸੰਮਤ ਹੋਏ ਤਿਸ ਕਾਲਾ। ਕਿਉਂ? ਸੁਤ ਕੇ ਸੰਮਤ ਹੋਏ ਤਿਸ ਕਾਲਾ। ਗੱਜ ਕੇ ਆਖੋ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ 'ਤੇ ਬੈਠਿਆਂ ਅਜੇ ਸੰਗਤ ਜੀ 1 ਸਾਲ ਹੀ ਹੋਇਆ ਸੀਗਾ। ਸੰਮਤ ਤੋਂ ਭਾਵ ਸਾਲ ਹੁੰਦਾ ਜੀ। ਜਨਮ ਸੰਧ ਵਰ ਸਿੱਖ ਜੋ ਸਿਆਣੇ। ਤੇ 11 ਸਾਲ ਦੀ ਉਮਰ 'ਚ ਸਤਿਗੁਰੂ ਗੁਰਤਾ ਗੱਦੀ 'ਤੇ ਬੈਠੇ ਤੇ 12 ਸਾਲ ਦੀ ਉਮਰ ਹੋ ਗਈ ਜੀ ਇੱਥੇ ਜੀ। ਉਮਰ ਬੜੀ ਛੋਟੀ ਹੈ।
ਹਾਂਜੀ ਅੱਗੇ ਪੜੋ। ਗਾਨ ਮਸੰਦ ਅਰ ਸਿੱਖ ਜੋ ਸਿਆਣੇ, ਪਠਿਓ ਜੋ ਨਰ ਸਗਲੇ ਸੰਗ ਆਨੇ। ਮਹਾਰਾਜ ਗਰੀਬ ਨਵਾਜ ਜੀ ਦੇ ਮਾਤਾ ਜੀ ਨੇ ਮਸੰਦ ਜਿੰਨੇ ਸਿਆਣੇ ਸਿਆਣੇ ਸਾਰੇ ਸੱਦ ਲਏ ਜੀ ਘਰ। ਬਾਬਾ ਬੁੱਢਾ ਜੀ ਨੂੰ ਵੀ ਸੱਦਿਆ ਜੀ, ਭਾਈ ਗੁਰਦਾਸ ਜੀ ਨੂੰ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ, ਹੋਰ ਜਿਹੜੇ ਮਸੰਦ ਸਨ ਨਾ, ਮਾਤਾ ਜੀ ਨੇ ਸਾਰਿਆਂ ਨੂੰ ਹੀ ਆਪਣੇ ਕੋਲ ਸੱਦ ਲਿਆ ਜੀ। ਹਾਂਜੀ। ਨਿਸ ਮਹਿ ਸ਼੍ਰੀ ਮਾਤਾ ਕੇ ਪਾਸ, ਰਾਤ ਦਾ ਸਮਾਂ ਜੀ, ਤੇ ਸ਼੍ਰੀ ਮਾਤਾ ਭਾਵ ਮਾਤਾ ਗੰਗਾ ਜੀ, ਮਾਤਾ ਗੰਗਾ ਜੀ ਦੇ ਕੋਲ ਆ ਕੇ ਸਾਰੇ ਬੈਠ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਮਸੰਦ ਸਾਰੇ ਆ ਗਏ ਜੀ। ਸਭਾ ਕਰੀ ਸਤਿਗੁਰ ਸੁਖ ਰਾਸ, ਉਸ ਸਭਾ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਪ ਬੈਠੇ ਜੀ, ਜਿਵੇਂ ਘਰ ਦੇ ਜੀ ਬਹਿ ਕੇ ਸਲਾਹ ਕਰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਉਵੇਂ ਸਲਾਹ ਕਰ ਰਹੇ ਨੇ ਜੀ। ਹਾਂਜੀ। ਜਥਾ ਜੋਗ ਬੈਠੇ ਜਬ ਸਭੈ, ਸ਼ਾਹੋ ਪ੍ਰਸੰਗ ਸੁਨਾਇਓ ਤਬ। ਹੁਣ ਰਾਤ ਦਾ ਸਮਾਂ, ਗੁਰੂ ਕੇ ਮਹਿਲ ਵਿਹੜੇ ਵਿੱਚ ਸਾਰੇ ਬੈਠੇ ਨੇ ਜੀ, ਦੀਵੇ ਜਗ ਰਹੇ ਨੇ ਜੀ, ਤੇ ਗੱਲਬਾਤ ਚੱਲਦੀ ਜੀ। ਜਥਾ ਜੋਗ ਬੈਠੇ ਜਬ ਸਭੈ, ਸ਼ਾਹੋ ਪ੍ਰਸੰਗ ਸੁਨਾਇਓ ਤਬੈ। ਸਤਿਗੁਰੂ ਜੀ ਨੇ ਆਪ ਗੱਲ ਆਰੰਭ ਕੀਤੀ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਸਭ ਨੂੰ ਪਤਾ ਲੱਗ ਹੀ ਗਿਆ, ਸਾਨੂੰ ਬਾਦਸ਼ਾਹ ਨੇ ਦਿੱਲੀ ਸੱਦਿਆ ਹੈ। ਹਾਂਜੀ। ਬੜੇ ਗੁਰਨ ਕੇ ਸੰਗੀ ਉਹ, ਤੇ ਤੁਸੀਂ ਵੱਡੇ ਸਤਿਗੁਰਾਂ ਦੇ ਸੰਗੀ 'ਚ, ਗੱਜ ਕੇ ਆਖੋ। ਗੱਲ ਕੁਝ ਵੀ ਨਹੀਂ ਹੁੰਦੀ, ਪੁਰਾਣੇ ਬੰਦਿਆਂ ਦੀ ਸਲਾਹ ਲੈ ਲਓ, ਖੁਸ਼ ਹੋ ਜਾਂਦੇ ਜੀ ਉਹ ਜੀ। ਹਾਂਜੀ। ਮਹਾਰਾਜ ਮਰਿਆਦਾ ਪੁਰਸ਼ੋਤਮ ਨੇ, ਅੱਜ ਜਿਹਦੇ ਕੋ ਪਦਵੀ ਆਉਂਦੀ ਉਹ ਕਹਿੰਦਾ ਮੈਂ ਕਿਉਂ ਪਹਿਲਿਆਂ ਨੂੰ ਪੁੱਛਾਂ ਜੀ। ਪੁਰਾਣੇ ਨੇ, ਸੰਗੀ ਨੇ। ਮਹਾਰਾਜ ਕਹਿੰਦੇ ਤੁਹਾਡੇ ਚੋਂ ਕਈ ਉਹ ਬੈਠੇ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਨੇ, ਤੁਹਾਡੇ ਚੋਂ ਕੁਝ ਮਸੰਦ ਉਹ ਬੈਠੇ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਹੈ। ਤੇ ਬਾਬਾ ਬੁੱਢਾ ਜੀ ਵੱਲ ਹੱਥ ਕਰਕੇ ਕਹਿਣ ਲੱਗੇ ਤੁਹਾਡੇ ਚੋਂ ਉਹ ਵੀ ਬੈਠੇ ਨੇ ਜਿਨ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਨੇ। ਵੱਡੇ ਗੁਰੂਆਂ ਦੇ ਸੰਗੀ 'ਚ ਤੁਸੀਂ। ਸਿਆਣੇ ਸਭ ਨਿਜ ਨਿਜ ਮਤ ਕਹੋ, ਤੇ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ, ਆਪਣੀ ਆਪਣੀ ਮਤ ਦੱਸੋ ਭਾਈ, ਆਪਣੀ ਆਪਣੀ ਮਤ। ਸਾਨੂੰ ਦਿੱਲੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਮਿਲਨ ਸ਼ਾਹੋ ਸੰਗ ਹੈ ਇਹ ਨਿਕੋ, ਬਾਦਸ਼ਾਹ ਨਾਲ ਮਿਲਣਾ ਇਹ ਗੱਲ ਚੰਗੀ ਹੈ ਜਾਂ ਨਹੀਂ ਚੰਗੀ? ਸਾਨੂੰ ਸਾਰੇ ਸਲਾਹ ਕਰਕੇ ਦੱਸੋ। ਹਾਂਜੀ। ਕਿਦੋਂ ਨਹੀਂ ਕਿਮ ਭਾਵਤ ਜੀ ਕੋ, ਜਾਂ ਨਹੀਂ ਜਾਣਾ ਚਾਹੀਦਾ? ਤੁਹਾਨੂੰ ਕੀ ਲੱਗਦਾ? ਅੱਜ ਕੇ ਆਖੋ। ਚਲੋ ਸਤਿਗੁਰੂ ਨੂੰ ਸਲਾਹ ਲੈਣ ਦੀ ਕਿਸੇ ਦੀ ਲੋੜ ਨਹੀਂ ਹੈਗੀ ਜੀ, ਸਤਿਗੁਰੂ ਸੁਤੰਤਰ ਨੇ ਜੀ। ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਮਾਣ ਰੱਖ ਰਹੇ ਨੇ। ਗੱਜ ਕੇ ਆਖੋ। ਸਤਿਗੁਰੂ ਜੀ ਨੂੰ ਤੇ ਪਤਾ ਕੀ ਹੋਣਾ ਜੀ। ਇੱਥੋਂ ਇੱਕ ਗੱਲ ਦਾ ਚੇਤਾ ਰੱਖਿਓ, ਦੂਜਿਆਂ ਦਾ ਮਾਣ ਕਿਵੇਂ ਰੱਖਣਾ ਇਹ ਬੰਦਾ ਗੁਰੂ ਸਾਹਿਬ ਕੋਲੋਂ ਸਿੱਖੇ ਜੀ। ਹਾਂਜੀ। ਹੁਤੇ ਪੁਰਾਤਨ ਜਿਤਕ ਮਸੰਦ, ਜਿਹੜੇ ਤੇ ਪੁਰਾਣੇ ਮਸੰਦ ਸਨ ਜੀ। ਹਾਂਜੀ। ਕਹਿਓ ਵਿਚਾਰਤ ਬੁੱਧ ਬਿਲੰਦ, ਉਹਨਾਂ ਆਪਣੀ ਬੁੱਧੀ ਦੇ ਨਾਲ ਵਿਚਾਰ ਕੀਤੀ ਤੇ ਵਿਚਾਰ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਰਾਤ ਦਾ ਸਮਾਂ ਜੀ, ਬੈਠੇ ਸਾਰੇ। ਆਗੇ ਸ਼੍ਰੀ ਅਰਜਨ ਜੀ ਗਏ, ਮਹਾਰਾਜ ਚੰਦੂ ਇੱਕ ਵਾਰੀ ਅੱਗੇ ਵੀ ਗੁਰੂ ਅਰਜਨ ਦੇਵ ਮਹਾਰਾਜ ਗਏ ਨੇ ਉੱਥੇ। ਹਾਂਜੀ। ਚੰਦੂ ਦੁਸ਼ਟ ਕਹਾਂ ਕਰ ਦਏ, ਤੇ ਆਪ ਜੀ ਨੂੰ ਪਤਾ ਵੀ ਉੱਥੇ ਸਾਰਿਆਂ ਨੇ ਰਲ ਕੇ ਤੇ ਚੰਦੂ ਨੇ, ਸਭਨਾਂ ਨੇ ਰਲ ਕੇ ਕੀ ਕੀਤਾ ਮਹਾਰਾਜ, ਆਪ ਜੀ ਨੂੰ ਸਾਰਾ ਪਤਾ। ਮਹਾਰਾਜ ਬੜੇ ਧੀਰਜ ਦੇ ਨਾਲ ਨਾ ਉਹਨਾਂ ਦੀ ਗੱਲ ਸੁਣ ਰਹੇ ਆ ਜੀ, ਬੜੇ ਧੀਰਜ ਨਾਲ ਜੀ। ਇੱਕ ਗੱਲ ਚੇਤਾ ਰੱਖਿਓ, ਆਖੋ ਵਾਹਿਗੁਰੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਧੀਰਜ ਬਹੁਤ ਹੈ ਜੀ। ਬੜੇ ਧੀਰਜ ਨਾਲ ਉਹਨਾਂ ਦੀ ਗੱਲ ਸੁਣੀ ਸਤਿਗੁਰੂ ਜੀ ਨੇ। ਘਰ ਸ਼ਾਹਨ ਕੇ ਅਦਕ ਅੰਧੇਰ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਰਾਜਿਆਂ ਦੇ ਘਰ 'ਚ ਹਨੇਰਾ ਹੀ ਹੈਗਾ ਮਹਾਰਾਜ, ਬੜਾ ਹਨੇਰਾ ਹੈ।
ਮਿਲ ਇੱਕ ਬੇਰ ਨਾ ਬੂਝੈ ਫੇਰ। ਇੱਕ ਵਾਰ ਮਿਲ ਲੈਂਦੇ ਆ, ਆਪਣਾ ਮਤਲਬ ਕੱਢ ਲੈਂਦੇ ਆ, ਮੁੜ ਪੁੱਛਦੇ ਵੀ ਨਹੀਂ ਬੰਦੇ ਨੂੰ ਜੀ। ਅਪਰ ਨਹੀਂ ਕਿਨ ਖਬਰ ਸੁਨਾਈ। ਹਾਂਜੀ, ਗੁਜਰਿਓ ਗਜਬ ਸੋ ਰਾਖਸ਼ ਪਾਈ। ਇੰਨਾ ਵੱਡਾ ਗਜਬ ਹੋ ਗਿਆ, ਸਾਡੇ ਸਤਿਗੁਰੂ ਨੂੰ ਸ਼ਹੀਦ ਕਰਤਾ, ਇਹਨਾਂ ਤੇ ਖਬਰ ਹੀ ਨਹੀਂ ਸੀ ਕੱਢਣੀ ਜੇ ਸਿੱਖ ਨਾ ਦੱਸਦੇ ਸਾਨੂੰ। ਵੇਖੋ ਇਹ ਜਿਹੜੇ ਸਿੱਖ ਦੱਸ ਰਹੇ ਨਾ, ਗੱਲ ਕਰ ਰਹੇ ਹੈ, ਤੁਸੀਂ ਕਥਾ ਸੁਣੀ ਹੈ, ਆਪਣੀ ਬੁੱਧੀ ਨਾਲ ਵਿਚਾਰ ਕਰਕੇ ਗੁਰੂ ਨੂੰ ਸਲਾਹ ਦੇ ਰਹੇ ਹੈ ਜੀ। ਤੇ ਜੇ ਥੋੜਾ ਜਿਹਾ ਬੁੱਧੀ ਤੋਂ ਉੱਪਰ ਉੱਠਣ ਤੇ ਹੱਥ ਜੋੜ ਕੇ ਸਤਿਗੁਰੂ ਨੂੰ ਕਹਿ ਦੇਣ ਵੀ ਜੋ ਤੁਹਾਨੂੰ ਚੰਗਾ ਲੱਗਦਾ ਮਹਾਰਾਜ ਤੁਸੀਂ ਉਹੋ ਹੀ ਕਰ ਲਓ। ਪਰ ਜਿੱਥੇ ਬੁੱਧੀ ਰਲਦੀ ਹੈ ਨਾ, ਉੱਥੇ ਕੰਮ ਖਰਾਬ ਹੁੰਦਾ ਜੀ। ਇਹ ਦਰ ਐਸਾ ਹੈ, ਇੱਥੇ ਮਨ ਤਨ ਧਨ ਸਭ ਸੌਂਪ ਗੁਰ ਕੋ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹਾਂਜੀ, ਅਸ ਅੰਧੇਰ ਤਾਹਾਂ ਕਿਉਂ ਜਾਵੋ। ਸੱਚੇ ਪਾਤਸ਼ਾਹ ਉੱਥੇ ਹਨੇਰਾ ਹੀ ਹਨੇਰਾ ਹੈ, ਪਤਾ ਹੀ ਨਹੀਂ ਉਹਨਾਂ ਨੇ ਕੀ ਕਰ ਦੇਣਾ, ਤੇ ਉੱਥੇ ਜਾਣ ਦੀ ਕੀ ਲੋੜ ਹੈਗੀ ਹੈ। ਆਪਨ ਆਪ ਕੋ ਨਹੀਂ ਬਚਾਵੋ। ਮਹਾਰਾਜ ਆਪਣੇ ਆਪ ਨੂੰ ਨਹੀਂ ਬਚਾਓਗੇ ਤੁਸੀਂ। ਹਾਂਜੀ, ਮਹਾ ਛਤਰ ਜੋ ਸ਼ਾਹੋ ਦੀਵਾਨ। ਸ਼ਾਹੂ ਵਾਹਿਗੁਰੂ ਭਾਵ ਜਹਾਂਗੀਰ, ਤੇ ਜਹਾਂਗੀਰ ਦਾ ਦੀਵਾਨ ਚੰਦੂ ਛਤਰੂ ਨੇ ਮਹਾਰਾਜ, ਛਤਰੂ। ਹਾਂਜੀ, ਛਲ ਤੇ ਕਰਤ ਆਣ ਕੀ ਆਨ। ਛਲ ਕਪਟ ਕਰਦੇ ਆ, ਕਹਿੰਦੇ ਕੁਛ ਨੇ ਤੇ ਕਰ ਕੁਝ ਹੋਰ ਜਾਂਦੇ ਆ, ਗੱਜ ਕੇ ਆਖੋ। ਤੇ ਫਿਰ ਮੈਂ ਬੇਨਤੀ ਕਰਨ ਲੱਗਾ, ਗੱਲ ਆਪਣੇ ਵੱਲੋਂ ਠੀਕ ਕਰ ਰਹੇ ਆ। ਕਿਉਂ? ਕਿਉਂਕਿ ਸਾਧ ਸੰਗਤ ਜੀ, ਇਹਨਾਂ ਰਾਜਨੀਤਿਕ ਬੰਦਿਆਂ ਦਾ ਭਰੋਸਾ ਹੀ ਕੋਈ ਨਹੀਂ ਹੈਗਾ ਜੀ। ਆਖੋ ਵਾਹਿਗੁਰੂ। ਇਸੇ ਕਰਕੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਰੀਰ ਤਿਆਗਣ ਲੱਗੇ। ਸਿੰਘ ਕਹਿੰਦੇ ਮਹਾਂਪੁਰਖੋ ਸਿੱਖਿਆ ਦੇ ਦਿਓ। 3 ਬਚਨ ਮਹਾਂਪੁਰਖਾਂ ਨੇ ਕਹੇ ਜੀ। ਕਹਿੰਦੇ 100 ਘੜਾ ਵੀ ਘਿਓ ਦਾ ਡੁੱਲ ਜਾਵੇ, ਨਿਤਨੇਮ ਨਾ ਛੱਡਿਓ। ਸਾਧੂ ਸੰਤਾਂ ਮਹਾਤਮਾਵਾਂ ਬੰਦਗੀ ਵਾਲੇ ਪੁਰਸ਼ਾਂ ਦਾ ਸਤਿਕਾਰ ਕਰਨਾ। ਤੇ ਤੀਸਰੀ ਗੱਲ, ਰਾਜਨੀਤਿਕ ਬੰਦਿਆਂ ਨਾਲ ਸਾਂਝ ਨਹੀਂ ਰੱਖਣੀ ਜੀ। ਉਹਨਾਂ ਬਚਨ ਥੋੜਾ ਜਿਹਾ ਸਖਤ ਲਹਿਜੇ ਵਿੱਚ ਕਿਹਾ ਸੀਗਾ। ਤੇ ਇਸ ਗੱਲ ਬਾਰੇ ਜੀ, ਰਾਜਨੀਤਿਕ ਬੰਦਿਆਂ ਦੇ ਅੱਗੇ ਸਿਰ ਨਹੀਂ ਦੇਣਾ। ਕਹਿੰਦੇ ਇੱਕ ਬੱਚਾ ਆਪਣੇ ਪਿਤਾ ਨੂੰ ਕਹਿਣ ਲੱਗਾ ਜੀ ਮੈਨੂੰ ਰਾਜਨੀਤੀ ਸਿਖਾਓ। ਪਿਤਾ ਕਹਿਣ ਲੱਗਾ ਛੱਡ ਪਰਾਂ, ਤੂੰ ਕੀ ਕਰਨੀ? ਕਹਿੰਦਾ ਨਹੀਂ ਜੀ ਸਿਖਾਓ। ਕਹਿੰਦਾ ਫਿਰ ਥੋੜੇ ਦਿਨ ਰੁਕ ਜਾ। ਥੋੜੇ ਦਿਨਾਂ ਬਾਅਦ ਕਹਿੰਦਾ ਪੁੱਤ ਰੁੱਖ ਤੇ ਚੜ, ਔਰ ਕੋ ਚੜਿਆ ਨਾ ਜਾਵੇ। ਸ਼ਾਬਾਸ਼ੇ ਕਰਕੇ ਹੱਲਾ ਸ਼ੇਰੀ ਦੇ ਕੇ ਉਹਨੂੰ ਰੁੱਖ ਤੇ ਚੜਾਤਾ ਜੀ। ਕਹਿੰਦਾ ਪੁੱਤ ਹੁਣ ਛਾਲ ਮਾਰ ਉੱਤੋਂ। ਉਹ ਕਵੇ ਪਿਤਾ ਜੀ ਮੈਂ ਕਿਵੇਂ ਛਾਲ ਮਾਰਾਂ? ਕਹਿੰਦਾ ਮੈਂ ਬੈਠਾ ਨਾ ਥੱਲੇ, ਤੂੰ ਮਾਰ ਛਾਲ। ਉਹਨੇ ਛਾਲ ਮਾਰੀ ਜੀ। ਤੇ ਜਦੋਂ ਛਾਲ ਮਾਰੀ ਤੇ ਆਪ ਪਰਾਂ ਹੋ ਗਿਆ ਪਿਓ, ਤੇ ਪੁੱਤ ਦੀ ਲੱਤ ਟੁੱਟ ਗਈ ਜੀ। ਤੇ ਕਹਿੰਦਾ ਪੁੱਤ ਰਾਜਨੀਤੀ ਦਾ ਪਹਿਲਾ ਗੁਣ ਸਕੇ ਪਿਓ ਤੇ ਵੀ ਭਰੋਸਾ ਨਹੀਂ ਕਰਨਾ। ਗੱਜ ਕੇ ਆਖੋ ਐਸਾ ਹੀ ਹੈ, ਸਕੇ ਪਿਓ ਤੇ ਵੀ ਭਰੋਸਾ ਨਹੀਂ ਕਰਨਾ। ਚੱਲਦੀ ਇਸ ਤਰ੍ਹਾਂ, ਚੱਲਦੀ ਇਸ ਤਰ੍ਹਾਂ, ਮਾਫ ਕਰਿਓ ਆਖੋ ਵਾਹਿਗੁਰੂ, ਚੱਲਦੀ ਇਸ ਤਰ੍ਹਾਂ ਹੈ। ਇਸ ਕਰਕੇ ਇਹ ਸਿੱਖ ਆਪਣੀ ਬੁੱਧੀ ਦੇ ਗੱਲ ਪੱਧਰ ਤੇ ਗੱਲ ਠੀਕ ਕਰਦੇ ਆ। ਕਹਿੰਦੇ ਮਹਾਰਾਜ ਉੱਥੇ ਪਤਾ ਹੀ ਨਹੀਂ ਉਹਨਾਂ ਨੇ ਕੀ ਕਰ ਦੇਣਾ। ਹਾਂਜੀ, ਅਪਰ ਨਾ ਸ਼ਾਹੋ ਨਿਕਟ ਹਿਤਕਾਰੀ। ਹਾਂਜੀ, ਤੁਰਕ ਰਾਜ ਗੁਰ ਸ਼ਰਦ ਨਾ ਧਾਰੀ। ਤੁਰਕਾਂ ਦਾ ਰਾਜ ਹੈ ਮਹਾਰਾਜ, ਉਹ ਕਿਹੜਾ ਗੁਰੂ ਘਰ ਤੇ ਸ਼ਰਧਾ ਰੱਖਦੇ ਆ। ਹਾਂਜੀ, ਲਰਨ ਬਿਖੈ ਸਮ ਸਰਤਾ ਨਾਹਿ ਨਾ। ਹਾਂਜੀ, ਕੋ ਥਲ ਦੇਸ਼ ਮਵਾਸੀ ਜਾਹੇ ਨਾ। ਸੱਚੇ ਪਾਤਸ਼ਾਹ ਜੇ ਅਸੀਂ ਲੜਨਾ ਵੀ ਹੋਵੇ ਤੇ ਸਾਡੀ ਬਰਾਬਰੀ ਨਹੀਂ ਹੈਗੀ। ਕੋਈ ਸਥਾਨ ਨਹੀਂ ਹੈ ਵਿਸ਼ੇਸ਼, ਕੋਈ ਸਾਡੇ ਕੋਲ ਜ਼ਿਆਦੀ ਫੌਜ ਨਹੀਂ ਹੈਗੀ। ਹਾਂਜੀ, ਜਹਾਂ ਬਸੇ ਅਰ ਕਹਿ ਰਣ ਕਰੈ। ਵੀ ਕੋਈ ਐਸੀ ਜਗ੍ਹਾ ਹੀ ਨਹੀਂ ਹੈਗੀ ਜਿੱਥੇ ਅਸੀਂ ਟਿਕ ਕੇ ਜੰਗ ਕਰ ਸਕੀਏ ਜੀ।
ਉਸ ਸਮੇਂ ਹੈ ਵੀ ਨਹੀਂ ਸੀਗੀ ਜੀ। ਹਾਂਜੀ, ਅਸ ਨਾ ਭਰੋਸਾ ਕਿਸ ਪਰ ਧਰੈ, ਇਸ ਕਰਕੇ ਅਸੀਂ ਭਰੋਸਾ ਵੀ ਨਹੀਂ ਕਿਸੇ ਤੇ ਕਰ ਸਕਦੇ ਬਹੁਤਾ। ਹਾਂਜੀ, ਸੰਧ ਕਰਨ ਅਰ ਕਰਨ ਬਖੇਰੋ, ਹਾਂਜੀ। ਦੋਨੋਂ ਵਿਖੈ ਦੋਸ਼ ਗਨ ਹੇਰੋ। ਤੇ ਕੁਝ ਸਿੱਖਾਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਕਹਿਤਾ ਕਿ ਮਹਾਰਾਜ ਇਹਨਾਂ ਨਾਲ ਸੰਧੀ ਵੀ ਮਾੜੀ ਤੇ ਇਹਨਾਂ ਦੇ ਨਾਲ ਦੋਸਤ ਵੈਰ ਵੀ ਮਾੜਾ ਜੀ। ਦੋਸਤੀ ਤੇ ਵੈਰ ਦੋਵਾਂ ਵਿੱਚ ਦੋਸ਼ ਹੈਗੇ ਨੇ ਮਹਾਰਾਜ। ਦੋਸਤੀ ਕਰੀਏ ਤੇ ਪਤਾ ਹੀ ਨਹੀਂ ਕੀ ਕਰਨਾ, ਵੈਰ ਕਰੀਏ ਤੇ ਜੰਗ ਨਹੀਂ ਕਰ ਸਕਦੇ। ਹਾਂਜੀ, ਇੱਕ ਜੰਗਲ ਜਹਾਂ ਪਾਏ ਨਾ ਪਾਨੀ, ਹਾਂਜੀ। ਪਹੁੰਚ ਨਾ ਸਕੇ ਸੈਣ ਤਿਸ ਥਾਨੀ। ਗੱਜ ਕੇ ਆਖੋ। ਤੇ ਇੱਕ ਮਸੰਦ ਵਿੱਚੋਂ ਬੋਲਿਆ, ਸੁਰਤ ਫਿਰ ਖੜੋ ਗੁਰੂ ਕੇ ਮਹਿਲ 'ਚ। ਰਾਤ ਦਾ ਸਮਾਂ, ਸੱਚੇ ਪਾਤਸ਼ਾਹ ਤਖਤ ਤੇ ਬੈਠੇ ਤੇ ਮਸੰਦ ਬੈਠੇ ਲਾਗੇ ਲਾਗੇ ਜੀ, ਮਾਤਾ ਜੀ ਵੀ ਬੈਠੇ ਆ। ਕਹਿਣ ਲੱਗੇ ਮਹਾਰਾਜ ਮਾਲਵਾ ਦੇਸ਼ ਇੱਕ ਇਹੋ ਜਿਹਾ ਜਿਹੜਾ ਜੰਗਲ ਦੇਸ਼ ਹੈ, ਉੱਥੇ ਬਾਦਸ਼ਾਹ ਦੀ ਫੌਜ ਨਹੀਂ ਪਹੁੰਚਦੀ ਹੈ। ਹਾਂਜੀ, ਜੇ ਕਰ ਬੁਝੋ ਮਤੋ ਹਮਾਰੋ, ਤੇ ਜੇ ਮਹਾਰਾਜ ਤੁਸੀਂ ਸਾਡੀ ਪੁੱਛੋ ਨਾ ਮਰਜ਼ੀ, ਹਾਂਜੀ, ਤੌਣ ਦਸ਼ ਕੇ ਬੀਚ ਸੁਧਾਰੋ, ਤੇ ਤੌਣ ਦਸ਼ ਕੇ ਬੀਚ ਸੁਧਾਰੋ। ਮਹਾਰਾਜ ਉਸ ਦਸ਼ਾ ਵਿੱਚ ਚਲੇ ਜਾਈਏ, ਦਿਸ਼ਾ ਵਿੱਚ, ਭਾਵ ਮਾਲਵੇ ਦੇ ਜੰਗਲਾਂ ਵਿੱਚ ਚਲੇ ਜਾਈਏ। ਹਾਂਜੀ, ਆਪਣੇ ਸਿੱਖ ਵਿਰਾੜ ਘਨੇਰੇ, ਸਾਡੇ ਉੱਥੇ ਬਰਾੜ ਬੜੇ ਸਿੱਖ ਨੇ ਮਹਾਰਾਜ। ਸੋ ਸਭ ਮਿਲੇ ਰਹੇ ਤੁਮ ਨੇਰੇ। ਉਹ ਆਪ ਜੀ ਦੀ ਸੇਵਾ ਕਰਿਆ ਕਰਨਗੇ, ਲਾਗੇ ਰਿਹਾ ਕਰਨਗੇ। ਅਪਰ ਸੰਗਤਾਂ ਸਭ ਚੱਲ ਆਵੈ, ਤੇ ਬਾਕੀ ਸੰਗਤਾਂ ਵੀ ਇੱਥੇ ਆਪੇ ਹੀ ਆ ਜਾਇਆ ਕਰਨਗੀਆਂ, ਉੱਥੋਂ ਉੱਥੇ ਆਪੇ ਪਹੁੰਚ ਜਾਇਆ ਕਰਨਗੀਆਂ। ਮਿਟੇ ਸ਼ਾਹੋ ਨਹਿ ਪੁਨਹ ਪੁਨਹ ਬੁਲਾਵੈ। ਗੱਜ ਕੇ ਆਖੋ। ਤੇ ਜਦੋਂ ਅੰਮ੍ਰਿਤਸਰ ਹੀ ਛੱਡ ਦਿੱਤਾ ਤੇ ਮਾਲਵੇ ਵਿੱਚ ਜੰਗਲ ਵਿੱਚ ਚਲੇ ਗਏ ਤੇ ਬਾਦਸ਼ਾਹ ਨੂੰ ਹੌਲੀ ਹੌਲੀ ਸਾਡਾ ਚੇਤਾ ਹੀ ਭੁੱਲ ਜਾਣਾ। ਹੁਣ ਤੁਸੀਂ ਕਥਾ ਸੁਣਨ ਦੇ ਜੇ, ਤੁਹਾਨੂੰ ਰਾਏ ਪੁੱਛ ਲੈਨੇ ਆ, ਮਹਾਰਾਜ ਨੂੰ ਐਸਾ ਕਰਨਾ ਚਾਹੀਦਾ ਜੀ? ਹਾਂਜੀ, ਨਹੀਂ ਕਰਨਾ ਚਾਹੀਦਾ ਜੀ। ਐਡੇ ਵੱਡੇ ਦਾਤੇ ਸੱਚੇ ਪਾਤਸ਼ਾਹ ਜੀ। ਹਾਂਜੀ, ਵਿਧੀ ਚੰਦ ਜੇਠਾ ਰੋ ਪਿਰਾਣਾ, ਕਹਿਣ ਲੱਗੇ ਪੂਰਬ ਕਿਮ ਜਾਣਾ। ਗੱਜ ਕੇ ਆਖੋ। ਤੇ ਫਿਰ ਪਾਸ ਬੈਠੇ ਬਾਬਾ ਵਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ ਤੇ ਭਾਈ ਪਿਰਾਣਾ ਜੀ, ਉਹ ਉਹਨਾਂ ਮਸੰਦਾਂ ਨੂੰ ਕਹਿਣ ਲੱਗ ਪਏ, ਕਹਿੰਦੇ ਐਵੇਂ ਕਿਵੇਂ ਪਹਿਲਾਂ ਹੀ ਚੱਲ ਜੀਏ ਅਸੀਂ ਉੱਥੇ ਮਾਲਵੇ 'ਚ ਜਾ ਕੇ ਬਹਿ ਜੀਏ, ਐਵੇਂ ਕਿਵੇਂ ਬੈਠ ਜੀਏ ਜਾ ਕੇ ਉੱਥੇ। ਸ੍ਰੀ ਅੰਮ੍ਰਿਤਸਰ ਬੈਠੇ ਰਹੀਆ ਹੈ। ਸੱਚੇ ਪਾਤਸ਼ਾਹ ਸਾਡੀ ਬੇਨਤੀ ਆ, ਆਪਾਂ ਅੰਮ੍ਰਿਤਸਰ ਹੀ ਰਹਿਣਾ ਮਹਾਰਾਜ, ਆਪ ਜੀ ਅੰਮ੍ਰਿਤਸਰ ਬੈਠੋ। ਬਿਗਰਹ ਸ਼ਾਹੋ ਜੀ ਨਿਰਣਾ ਲਹੀਆ ਹੈ। ਜੇ ਬਾਦਸ਼ਾਹ ਵਿਗੜੇਗਾ ਤੇ ਮਾਰਾ ਮੁਕਾਬਲਾ ਕਰ ਲਾਂਗੇ, ਉਹ ਯੋਧੇ ਸੀ ਨਾ। ਹਾਂਜੀ, ਪਠੇ ਚਮੋ ਤਿਸ ਕੋ ਬਲ ਦੇਖ, ਜੇ ਫੌਜਾਂ ਵੀ ਭੇਜੇਗਾ ਤੇ ਸੱਚੇ ਪਾਤਸ਼ਾਹ ਫੌਜਾਂ ਦਾ ਵੀ ਬਲ ਵੇਖ ਲਵਾਂਗੇ। ਹਾਂਜੀ, ਮਿਲੇ ਕਰਹਿ ਸੰਗਰਾਮ ਵਿਸ਼ੇਖ, ਤੇ ਜੇ ਆ ਕੇ ਫੌਜਾਂ ਭੇਜੇਗਾ ਸਾਡੇ ਉੱਤੇ ਤੇ ਮਹਾਰਾਜ ਜੰਗ ਕਰਾਂਗੇ, ਫਿਰ ਜੰਗ, ਪਰ ਆਪਣਾ ਨਗਰ ਨਹੀਂ ਛੱਡਣਾ ਮਹਾਰਾਜ। ਐਂਦਾ ਹੈ ਨਾ ਵੀ ਹਰ ਇੱਕ ਬੰਦੇ ਦੀ ਸਲਾਹ ਆਪੋ ਆਪਣੀ ਹੁੰਦੀ ਜੀ। ਹਾਂਜੀ, ਪੁਨ ਰੋਕੇ ਹਮ ਰਹਿ ਨਾ ਕੈਸੇ, ਸਿਕਤਾ ਤ੍ਰਿਣ ਪੁਲ ਤੇ ਰਾਉ ਜੈਸੇ। ਗੱਜ ਕੇ ਆਖੋ। ਪੁਨ ਰੋਕੇ ਹਮ ਰਹੇ ਨਾ ਕੈਸੇ, ਸਿਕਤਾ ਤ੍ਰਿਣ ਪੁਲ ਤੇ ਰਹੁ ਜੈਸੇ। ਕਹਿੰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਕਿਸੇ ਗੱਲ ਤੋਂ ਪਿੱਛੇ ਕਿਉਂ ਹਟ ਗਏ? ਜਿਵੇਂ ਰੇਤ ਤੇ ਘਾਹ ਦਾ ਪੁੱਲ ਬੰਨਣ ਨਾਲ ਹੜ੍ਹ ਨਹੀਂ ਰੁਕਦਾ, ਸੱਚੇ ਪਾਤਸ਼ਾਹ ਹੁਣ ਸਾਨੂੰ ਗੱਲਾਂ ਨਹੀਂ ਰੋਕ ਸਕਦੀਆਂ। ਹਾਂਜੀ, ਜੰਗਲ ਦੇਸ਼ ਪ੍ਰਵੇਸ਼ਹ ਜਾਈ, ਸੈਣ ਸਕਿਲਹ ਤਹ ਸਮਦਾਈ। ਹਾਂਜੀ, ਬਿਨ ਬਿਗਰੇ ਬਿਨ ਨਿਰਣੈ ਕਰੇ, ਨਹਿ ਸੰਪ੍ਰਸਥਾਨ ਮਤੋ ਹਮ ਧਰੇ। ਸੱਚੇ ਪਾਤਸ਼ਾਹ ਇਹ ਵੀ ਸਿੱਖ ਸਤਿਕਾਰਯੋਗ ਨੇ, ਪਰ ਇਹ ਕਹਿੰਦੇ ਵੀ ਜੰਗਲ ਦੇਸ਼ 'ਚ ਪਹਿਲਾਂ ਹੀ ਜਾ ਕੇ ਬਹਿ ਜਾਈਏ। ਅਜੇ ਤੇ ਉਹਨੇ ਸੰਦੇਸ਼ਾ ਹੀ ਪਹੁੰਚਾਇਆ ਤੇ ਮਹਾਰਾਜ ਅਸੀਂ ਪਹਿਲਾਂ ਹੀ ਜੰਗਲ ਦੇਸ਼ ਜਾ ਕੇ ਬਹਿ ਜਾਈਏ। ਇਹ ਤੇ ਸਾਡਾ ਨਿਰਣਾ ਨਹੀਂ ਹੈਗਾ ਮਹਾਰਾਜ, ਸਾਡੀ ਮੱਤ ਨਹੀਂ ਹੈਗੀ। ਹਾਂਜੀ, ਸ੍ਰੀ ਗੰਗਾ ਸੁਨ ਕਹਿ ਇਸ ਭੰਤੀ,
ਪਤ ਕੋ ਸਿਮਰਤ ਧਰਕਤ ਛਾਤੀ। ਹੁਣ ਰਾਤ ਦਾ ਸਮਾਂ, ਸਿੱਖ ਬੈਠੇ ਤੇ ਮਾਤਾ ਗੰਗਾ ਜੀ ਵੀ ਵਿੱਚ ਬੈਠੇ ਆ ਜੀ। ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਚੇਤਾ ਆਉਣ ਲੱਗ ਪਿਆ ਵੀ ਮਹਾਰਾਜ ਨੂੰ ਵੀ ਸੰਦੇਸ਼ਾ ਆਇਆ ਸੀਗਾ। ਮਾਤਾ ਜੀ ਨੂੰ ਸੁਣ ਕੇ ਚੇਤਾ ਕਰਕੇ ਉਹ ਦੁੱਖ ਹੋਣ ਲੱਗ ਪਿਆ ਜੀ। ਹਿਰਦਾ ਘਬਰਾਉਣ ਲੱਗ ਪਿਆ ਜੀ, ਧੱਕ ਧੱਕ ਹੋਣ ਲੱਗ ਪਿਆ ਜੀ, ਅੰਦਰ ਘਬਰਾਹਟ ਸ਼ੁਰੂ ਹੋ ਗਈ ਜੀ। ਹਾਂਜੀ। ਨਹਿਨ ਬਖੇਰੇ ਤੇ ਸੁਖ ਮਨ ਹੈ, ਸ਼ਾਹੋ ਨਿਕਟ ਤੇ ਸੰਸਾ ਠਨ ਹੈ। ਹੁਣ ਮਾਤਾ ਜੀ ਵੀ ਇਹੋ ਸੋਚਦੇ ਆ ਵੀ ਜੇ ਇੱਥੇ ਰਹੇ ਤੇ ਲੜਾਈ ਝਗੜਾ ਹੋਏਗਾ ਬੜਾ, ਬਾਦਸ਼ਾਹ ਨਾਲ ਮਿਲਣਾ ਨਹੀਂ ਚਾਹੀਦਾ। ਹਾਂਜੀ। ਇੱਕ ਪੁੱਤਰਾ ਮੈਂ ਦੇਖਤ ਜੀਵਤ, ਨਿਕਟ ਰਹਿਣ ਤੇ ਸੀਤਲ ਥੀਵਤ। ਇੱਕ ਹੀ ਪੁੱਤਰ ਹੈ ਜੀ, ਹੋਰ ਕੋਈ ਹੈ ਵੀ ਨਹੀਂ। ਪਤੀ ਨੂੰ ਤੋਰ ਦਿੱਤਾ, ਪੁੱਤਰ ਜੀ ਨੂੰ ਸੱਦਾ ਆਇਆ, ਮਾਤਾ ਜੀ ਦਾ ਮਨ ਨਹੀਂ ਮੰਨ ਰਿਹਾ ਜੀ। ਹਾਂਜੀ। ਕਿਮ ਤੁਮ ਸੰਕਰ ਕਰਨ ਉਚਾਰਾ, ਭਇਓ ਤਰਨ ਨਹਿ ਬਲ ਸੰਭਾਰਾ। ਗੱਜ ਕੇ ਆਖੋ। ਤੇ ਮਾਤਾ ਜੀ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਯੁੱਧ ਦੀਆਂ ਗੱਲਾਂ ਕਰਨ ਦੇ ਜੇ, ਮੈਂ ਤਾਂ ਜੇ ਜਵਾਨੀ ਵੇਖਣੀ ਤੁਹਾਡੀ ਮਹਾਰਾਜ। ਹਾਂਜੀ। ਕਵਣ ਕਾਜ ਸੁਧਰਹਿ ਜਬ ਲਰੋ, ਨਾਹਕ ਬਿਨ ਆਈ ਮ੍ਰਿਤ ਮਰੋ। ਮਾਤਾ ਜੀ ਨੇ ਆਪਣੇ ਹਿਸਾਬ ਨਾਲ ਬਚਨ ਕੀਤੇ ਵੀ ਸੱਚੇ ਪਾਤਸ਼ਾਹ ਕੋਈ ਕੰਮ ਕਿਵੇਂ ਸਰੇਗਾ, ਜੰਗ ਕਰਨ ਨਾਲ ਬੜੇ ਲੋਕ ਮਰਨਗੇ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਦੂਜੇ ਬੰਨੇ ਮਾਤਾ ਜੀ ਇਹ ਕਹਿਣ ਵੀ ਮਹਾਰਾਜ ਆਪਣਾ ਨਗਰ ਵੀ ਨਹੀਂ ਛੱਡਣਾ, ਅਸੀਂ ਨਹੀਂ ਆਪਣਾ ਨਗਰ ਛੱਡਣਾ, ਅਸੀਂ ਨਹੀਂ ਮਾਲਵੇ ਵਿੱਚ ਜਾਣਾ। ਇੱਥੇ ਸਾਡੇ ਤੁਹਾਡੇ ਦਾਦਾ ਜੀ ਨੇ ਮਹਾਰਾਜ ਵੱਡਾ ਸਰੋਵਰ ਬਣਵਾਇਆ, ਖੂਹ ਲਵਾਏ, ਨਗਰ ਵਸਾਇਆ, ਕਿੰਨੇ ਲੋਕ ਤੁਹਾਡੇ ਦਾਦਾ ਜੀ ਦੇ ਉੱਤੇ ਭਰੋਸਾ ਕਰਕੇ ਇੱਥੇ ਰਹਿਣ ਆਏ ਆ, ਅਸੀਂ ਕਿਉਂ ਛੱਡ ਦਈਏ ਨਗਰ ਮਹਾਰਾਜ। ਹਾਂਜੀ। ਕੂਪ ਤਾਲ ਆਦਿਕ ਲਗਵਾਏ, ਲੋਕ ਜਤਨ ਤੇ ਨਗਰ ਬਸਾਏ। ਤੇ ਬੜੇ ਖੂਹ ਲਵਾਏ, ਬੜਾ ਇਸ ਖੁਸ਼ੀ ਦੇ ਨਾਲ ਇਹ ਨਗਰ ਵਸਾਇਆ, ਅਸੀਂ ਇਹ ਨਗਰ ਵੀ ਨਹੀਂ ਛੱਡ ਸਕਦੇ। ਦੋਹਰਾ। ਤੇ ਮਹਾਰਾਜ ਗਰੀਬ ਨਵਾਜ, ਤੁਸੀਂ ਕੁਝ ਐਸਾ ਸੋਚੋ ਜਿਹਦੇ ਨਾਲ ਲੜਾਈ ਵੀ ਨਾ ਹੋਵੇ ਤੇ ਨਗਰ ਵੀ ਨਾ ਛੱਡਣਾ ਪਵੇ ਜੀ। ਹਾਂਜੀ। ਦੋਹਰਾ। ਸ਼੍ਰੀ ਗੰਗਾ ਕੇ ਬਾਗ ਸੁਨ, ਬ੍ਰਿਧ ਭਾਈ ਗੁਰਦਾਸ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹੁਣ ਸਾਰੇ ਬੋਲ ਰਹੇ ਨੇ ਜੀ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੀ ਉੱਥੇ ਬੈਠੇ, ਉਹਨਾਂ ਨੂੰ ਅਜੇ ਮੌਕਾ ਹੀ ਨਹੀਂ ਮਿਲਿਆ ਜੀ। ਸੁਣ ਕੇ ਭਾਈ ਗੁਰਦਾਸ ਜੀ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ। ਲਖੇ ਭਵਿਖਿਅਤ ਸਗਲ ਗਤ ਬੋਲੇ, ਕਰਤ ਪ੍ਰਕਾਸ਼। ਲਖੇ ਭਵਿਖਿਅਤ ਸਗਲ ਗਤ, ਬਾਬਾ ਬੁੱਢਾ ਜੀ ਨੇ ਆਉਣ ਵਾਲਾ ਸਮਾਂ ਵੇਖਿਆ ਜੀ। ਚੇਤਾ ਰੱਖਿਓ, ਬ੍ਰਹਮ ਗਿਆਨੀ ਮਹਾਂਪੁਰਖ ਹਵਾ 'ਚ ਤੀਰ ਨਹੀਂ ਮਾਰਦੇ ਜੀ। ਹਾਂਜੀ। ਸਾਡੇ ਵਰਗੇ ਹਵਾ 'ਚ ਹੀ ਤੀਰ ਮਾਰਦੇ ਵੀ ਜੇ ਲੱਗ ਗਿਆ ਤੇ ਲੱਗ ਗਿਆ, ਨਹੀਂ ਲੱਗਿਆ ਤੇ ਨਾ ਸਹੀ। ਬਾਬਾ ਜੀ ਨੇ ਐਵੇਂ ਨਹੀਂ ਗੱਲ ਕਰਨੀ ਜੀ। ਬਾਬਾ ਜੀ ਨੇ ਵੇਖਿਆ ਵੀ ਆਉਣ ਵਾਲਾ ਸਮਾਂ ਕੀ ਹੈਗਾ ਜੀ। ਉਹ ਵੇਖ ਕੇ ਬਾਬਾ ਜੀ ਫਿਰ ਗੱਲ ਕਰਦੇ ਆ, ਬਚਨ ਕਰਦੇ ਆ। ਚੌਪਈ। ਮਾਤਾ ਜੀ ਸੁਣਿਆ ਹਮ ਕਹੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਬਾਬਾ ਬੁੱਢਾ ਜੀ ਕਹਿਣ ਲੱਗੇ, ਮਾਤਾ ਜੀ ਸਾਡੀ ਗੱਲ ਵੀ ਸੁਣੋ। ਕਹਿਣ ਲੱਗੇ, ਆਖੋ ਵਾਹਿਗੁਰੂ। ਹਾਂਜੀ। ਸ਼੍ਰੀ ਹਰਗੋਬਿੰਦ ਸਭ ਗਤ ਲਹੇ। ਵਾਹ 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 ਵਾਹ। ਇਹ ਗੱਲ ਬਾਬਾ ਬੁੱਢਾ ਜੀ ਕਹਿ ਸਕਦੇ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਇਹ ਜਿਹੜੇ ਬੈਠੇ ਨੇ ਇਹਨਾਂ ਨੂੰ ਸਾਰਾ ਹੀ ਪਤਾ। ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਗੱਲ ਹੀ ਪਤਾ ਹੈਗੀ ਹੈ। ਹਾਂਜੀ। ਹੋਣਹਾਰ ਤੇ ਨਿਸ਼ਾਨੀ, ਜੋ ਹੋਣਾ ਇਹਨਾਂ ਤੋਂ ਲੁਕਿਆ ਹੋਇਆ। ਮਾਤਾ ਜੀ ਭਾਵਨਾ ਰੱਖੋ, ਤੁਹਾਡੇ ਪੁੱਤਰ ਨਹੀਂ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਉਹ ਜੋਤ ਹੈ। ਜੋ ਹੋਣਾ ਉਹ ਇਹਨਾਂ ਤੋਂ ਛੁਪਿਆ ਥੋੜੀ ਹੈ। ਜੋ ਕਰਨੋ ਸਗਰੋ ਮਨ ਜਾਣੀ। ਤੇ ਜੋ ਇਹਨਾਂ ਨੇ ਕਰਨਾ ਹੈ ਨਾ, ਉਹ ਵੀ ਇਹ ਜਾਣਦੇ ਨੇ ਵੀ ਜਾਣਾ ਜਾਂ ਨਹੀਂ ਜਾਣਾ। ਇਹ ਤਾਂ ਵੈਸੇ ਹੀ ਸਾਨੂੰ ਪੁੱਛ ਰਹੇ ਹੈ
ਸਾਰਾ ਕੁਝ ਜਾਣਦੇ ਨੇ। ਪ੍ਰਥਮ ਸਪਤ ਹਿਤ ਚੰਦੂ ਮਾਰਨ। ਇਹਨਾਂ ਤੇ ਪਹਿਲਾਂ ਹੀ ਪ੍ਰਣ ਕੀਤਾ ਵੀ ਚੰਦੂ ਨੂੰ ਮਾਰਨਾ ਹੈ। ਹਾਂਜੀ। ਬੈਠ ਸਭਨ ਮਹਿ ਕੀਨ ਉਚਾਰਨ। ਤਖਤ ਸਾਹਿਬ ਉੱਤੇ ਸਾਰਿਆਂ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਨੇ ਬਚਨ ਇਹ ਕੀਤਾ ਵੀ ਚੰਦੂ ਨੂੰ ਮਾਰਨਾ ਹੈ, ਜਿਨੇ ਤਸੀਹੇ ਦਿੱਤੇ ਹੈ। ਦੁਤੀਏ ਗੁਰ ਅਰਜਨ ਬਿਰਤਾਂਤ। ਹੋਵਣ ਲੱਗਿਓ ਅਬਹਿ ਬਖਿਆਤ। ਗੱਜ ਕੇ ਆਖੋ। ਤੇ ਫਿਰ ਤਾਂ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਏਡਾ ਵੱਡਾ ਪ੍ਰਸੰਗ ਜਿਹੜਾ ਕਹਿੰਦੇ ਪਤਾ ਲੱਗੇਗਾ। ਹਾਂਜੀ। ਪਲਟੋ ਲੈਬੇ ਕੋ ਅਬ ਸਮੋ। ਤੇ ਬਾਬਾ ਬੁੱਢਾ ਜੀ ਨੇ ਕੋਈ ਢਿੱਲੀ ਗੱਲ ਨਹੀਂ ਕੀਤੀ ਜੀ। ਢਿੱਲੇ ਬੰਦੇ ਢਿੱਲੀ ਗੱਲ ਕਰ ਜਾਂਦੇ ਜੀ। ਚੜ੍ਹਦੀ ਕਲਾ ਵਾਲੇ ਚੜ੍ਹਦੀ ਕਲਾ ਦੀ ਗੱਲ ਕਰਦੇ ਆ। ਬਾਬਾ ਬੁੱਢਾ ਜੀ ਕਹਿਣ ਲੱਗੇ ਇਹ ਜਿਹੜਾ ਸਮਾਂ ਹੈ ਨਾ, ਇਹ ਚੰਦੂ ਨੂੰ ਸੋਧਾ ਲਾਉਣ ਦਾ ਸਮਾਂ ਹੈਗਾ, ਪਲਟਾ ਲੈਣ ਦਾ ਸਮਾਂ ਹੈਗਾ। ਦਿੱਲੀ ਚਲੋ ਇਹੀ ਮਤ ਹਮੋ। ਤੇ ਬਾਕੀ ਗੱਲ ਕਰ ਵੀ ਦਿੱਤੀ ਹੈ ਵੀ ਜੋ ਕਰਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਮੱਤ ਨਾਲ ਕਰਨਾ ਹੈ। ਪਰ ਬਾਬਾ ਬੁੱਢਾ ਜੀ ਨੇ ਇਹ ਵੀ ਕਹਿਤਾ, ਮਹਾਰਾਜ ਸਾਡੀ ਇਹੋ ਹੀ ਮੱਤ ਹੈ, ਤੁਹਾਨੂੰ ਦਿੱਲੀ ਜਾਣਾ ਚਾਹੀਦਾ ਮਹਾਰਾਜ। ਚੱਲੋ ਮਹਾਰਾਜ ਦਿੱਲੀ ਆਪ ਜੀ। ਹਾਂਜੀ। ਬਿਨਾ ਚੱਲੇ ਨਾ ਹੈ ਮਾਰਨ ਹੋਏ। ਉੱਥੇ ਚੰਦੂ ਮਿਲੇਗਾ, ਉੱਥੇ ਜਾਣ ਤੋਂ ਬਗੈਰ ਕਿਵੇਂ ਮਾਰਾਂਗੇ ਉਹਨੂੰ। ਪੂਰਨ ਕਰਹਿ ਸਬਤ ਕਰ ਜੋਏ। ਇਸ ਕਰਕੇ ਉੱਥੇ ਜਾਇਆ ਹੀ ਪ੍ਰਣ ਪੂਰਾ ਹੁੰਦਾ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਕਿਉਂ ਬਾਬਾ ਜੀ ਨੇ ਫਿਰ ਕੀਤੀ ਨਾ ਚੜ੍ਹਦੀ ਕਲਾ ਵਾਲੀ ਗੱਲ। ਹਾਂਜੀ। ਸ੍ਰੀ ਅੰਮ੍ਰਿਤਸਰ ਬਸੋ ਸੁਖਾਰੇ। ਬਾਕੀ ਅੰਮ੍ਰਿਤਸਰ ਨੇ ਸੁਖੀ ਵਸਦਾ ਰਹਿਣਾ, ਉਹਦੇ ਤੋਂ ਬਾਅਦ ਅੰਮ੍ਰਿਤਸਰ ਹੀ ਰਹਿਣਾ ਕਹਿਣ ਲੱਗੇ। ਜਹਾਂਗੀਰ ਨਹਿ ਕਰਹਿ ਬਿਗਾਰੇ। ਫਿਰ ਕੋਈ ਜਹਾਂਗੀਰ ਦਾ ਵਿਗਾੜ ਨਹੀਂ, ਕੁਝ ਨਹੀਂ ਸਕੇਗਾ ਅੰਮ੍ਰਿਤਸਰ ਦਾ। ਅੱਗੇ ਸ਼ਾਹੇ ਜਹਾਂ ਜਬ ਹੋਏ। ਵਾਹ ਵਾਹ ਵਾਹ। ਬਾਬਾ ਜੀ ਨੇ ਪਹਿਲਾਂ ਹੀ ਗੱਲਾਂ ਕਰ ਦਿੱਤੀਆਂ ਜੀ ਸਾਰੀਆਂ ਸੰਗਤ 'ਚ। ਕਹਿੰਦੇ ਜਹਾਂਗੀਰ ਨੇ ਨਹੀਂ ਫਿਰ ਗੱਲ ਕਰਨੀ। ਹਾਂ, ਅੱਗੋਂ ਸ਼ਾਹ ਜਹਾਂ ਆਏਗਾ। ਹਾਂਜੀ। ਜਿਮ ਗੁਰ ਕਰਹਿ ਵਰਤ ਹੈ ਸੋਏ। ਤੇ ਸ਼ਾਹ ਜਹਾਂ ਬਾਦਸ਼ਾਹ ਬਣੇਗਾ, ਜਿਵੇਂ ਗੁਰੂ ਜੀ ਅੱਗੇ ਕਰਨਗੇ ਉਵੇਂ ਦਾ ਵਰਤਾਰਾ ਵਰਤੇਗਾ। ਹਾਂਜੀ। ਅਬ ਚੰਦੂ ਕੋ ਗਰਦ ਮਿਲਾਵਹੁ। ਤੇ ਹੁਣ ਬਾਬਾ ਬੁੱਢਾ ਜੀ ਪਤਾ ਕੀ ਕਹਿ ਰਹੇ, ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਆਹ ਜਿਹੜਾ ਸਮਾਂ ਚੰਦੂ ਨੂੰ ਮਿੱਟੀ 'ਚ ਮਿਲਾਉਣ ਦਾ ਸਮਾਂ ਕਹਿਣ ਲੱਗੇ। ਮਿੱਟੀ 'ਚ ਮਿਲਾ ਦਿਓ ਹੁਣ ਉਹਨੂੰ। ਹਾਂਜੀ। ਸੋ ਜਸ ਵਿਸਾਲ ਜਗਤ ਮੈਂ ਪਾਵੋ। ਜਗਤ ਵਿੱਚ ਸ੍ਰੇਸ਼ਟ ਜਸ ਪਾਵੋ, ਲੋਕ ਸਿਫਤਾਂ ਕਰਨਗੇ ਤੁਹਾਡੀਆਂ। ਹਾਂਜੀ। ਇੱਕ ਵਜ਼ੀਰ ਖਾਨ ਨਿਤ ਢਿਗ ਸ਼ਾਹੂ। ਸਤਿਗੁਰ ਕੋ ਸੇਵਕ ਸੁਖ ਚਾਹੂ। ਤੇ ਸਤਿਗੁਰ ਕੋ ਸੇਵਕ ਸੁਖ ਚਾਹੂ। ਬਾਬਾ ਜੀ ਕਹਿੰਦੇ ਦੂਜੀ ਗੱਲ, ਵਜ਼ੀਰ ਖਾਨ ਬਾਦਸ਼ਾਹ ਦੇ ਕੋਲ ਵੀ ਰਹਿੰਦਾ ਤੇ ਗੁਰੂ ਘਰ ਦਾ ਵੀ ਪੱਕਾ ਹੀ ਸਿੱਖ ਹੈ ਕਹਿਣ ਲੱਗੇ। ਸੁੱਖ ਚਾਹੁੰਦਾ, ਉਹ ਉੱਥੇ ਨਾਲ ਹੈ ਤੁਹਾਡੇ। ਹਾਂਜੀ। ਤਿਸ ਨੇ ਸਰਬ ਬਾਤ ਸਮਝਾਈ। ਤੇ ਉਹਨੇ ਵੀ ਸਾਰੀ ਗੱਲ ਦੱਸੀ ਹੈ ਵੀ ਚੰਦੂ ਨੂੰ ਜੇ ਫੜਨਾ ਉੱਥੋਂ ਹੀ ਫੜਿਆ ਜਾਏਗਾ। ਚਲਹਿ ਗੁਰੂ ਚੰਦੂ ਲੈ ਘਾਈ। ਇਸ ਕਰਕੇ ਮਹਾਰਾਜ ਜਾਣ, ਦਿੱਲੀ ਜਾਣ ਤੇ ਚੰਦੂ ਨੂੰ ਫੜ ਕੇ ਮਾਰਨ ਉੱਥੇ ਕਹਿਣ ਲੱਗੇ। ਕੋਈ ਵੀ ਸਿੱਖ ਹੈਗਾ ਜੀ, ਅੱਜ ਅਸੀਂ ਸਾਡੇ ਹੱਥ ਵੱਸ ਕੁਝ ਨਹੀਂ ਹੈਗਾ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ, ਮੇਰੇ ਖਿਆਲ ਨਾਲ ਇੱਥੇ ਹੁਣੇ ਆ ਜੇ ਤੁਸੀਂ ਮਾਰ ਸੁੱਟਣਾ ਜੀ ਉਹਨੂੰ ਜੀ। ਹਾਂਜੀ। ਕੋਈ ਸਿੱਖ ਬਰਦਾਸ਼ਤ ਥੋੜ੍ਹੀ ਕਰਦਾ ਜੀ। ਇੱਥੇ ਕੋਈ ਉਹ ਦੋਖੀ ਆਵੇ ਤੇ ਫੜਿਆ ਜਾਵੇ ਸਹੀ, ਪਤਾ ਲੱਗ ਜੇ ਸਹੀ ਵੀ ਉਹਨੇ ਇੱਥੇ ਇਸ ਦੁਸ਼ਟ ਨੇ ਉੱਥੇ ਬੇਅਦਬੀ ਕੀਤੀ ਸੀ ਸਤਿਗੁਰਾਂ ਦੀ, ਫੜ ਕੇ ਮਾਰ ਸੁੱਟਣਾ ਸਾਰੀ ਸੰਗਤ ਨੇ ਉਹਨੂੰ ਜੀ। ਬਾਬਾ ਜੀ ਕੋਲੋਂ ਵੀ ਨਹੀਂ ਰਿਹਾ ਜਾਂਦਾ ਜੀ। ਸ਼ਾਂਤੀ ਆਪਣੀ ਥਾਂ ਤੇ ਹੈ, ਜਿੱਥੇ ਵੀਰ ਰਸ ਹੈ ਉਹ ਆਪਣੀ ਜਗ੍ਹਾ ਤੇ ਹੈ। ਸੁਣਿਓ ਬਾਣੀ ਦੀ ਪੰਕਤੀ, ਗੁਰ ਕੀ ਨਿੰਦਾ ਸੁਣੈ ਨਾ ਕਾਨ। ਸਿੱਖ ਦਾ ਕੰਮ ਹੈ ਉਹਦੇ ਗੁਰੂ ਦੀ ਕੋਈ ਨਿੰਦਿਆ ਕਰੇ ਤਾਂ ਸੁਣੇ ਹੀ ਨਾ ਜੀ।
ਇਹ ਥੋੜੀ ਵੀ ਉਹਦੇ ਗੁਰੂ ਦੀ ਕੋਈ ਨਿੰਦਿਆ ਵੀ ਕਰੀ ਜਾਵੇ ਤਾਂ ਆਖੇ ਜੀ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ। ਉਹ ਸਿੱਖ ਥੋੜੀ ਹੁੰਦਾ ਜੀ। ਬਾਬਾ ਜੀ ਕਹਿੰਦੇ ਮਹਾਰਾਜ ਚਲੋ ਤੁਸੀਂ ਦਿੱਲੀ ਸੱਚੇ ਪਾਤਸ਼ਾਹ, ਉੱਥੋਂ ਚੰਦੂ ਨੂੰ ਫੜੋ ਤੇ ਮਾਰੋ, ਉਹਨੂੰ ਮਿੱਟੀ 'ਚ ਮਿਲਾ ਦਿਓ। ਜਹਾਂਗੀਰ ਚਾਹੇ ਫਰਜ਼ ਉਤਾਰਾ, ਹਾਂਜੀ, ਲਿਓ ਪਲਟਾ ਜਿਸਨੇ ਗੁਰ ਮਾਰਾ। ਮਹਾਰਾਜ ਜਹਾਂਗੀਰ ਵੀ ਫਰਜ਼ ਆਪਣਾ ਪੂਰਾ ਕਰੇਗਾ, ਬਾਕੀ ਮਹਾਰਾਜ ਸਮਾਂ ਹੈ ਪਲਟਾ ਲਈਏ ਮਹਾਰਾਜ। ਹਾਂਜੀ, ਨਹਿ ਆਛੇ ਕੁਛ ਕਰਨ ਬਖੇਰਾ, ਬਿਗੜੇ ਪਰ ਹੈ ਜੰਗ ਬਡੇਰਾ। ਅਜੇ ਕੋਈ ਵਿਗਾੜ ਕਰਨ ਦੀ ਲੋੜ ਨਹੀਂ ਉਹਨਾਂ ਨਾਲ। ਜੇ ਨਾ ਜਾਈਏ ਤਾਂ ਫਿਰ ਵਿਗਾੜ ਹੀ ਹੋਏਗਾ ਨਾ, ਤੇ ਵਿਗਾੜ ਹੋਏਗਾ ਤੇ ਜੰਗ ਹੋਏਗੀ ਵੱਡੀ ਫਿਰ। ਹਾਂਜੀ, ਕੌਣ ਕਾਜ ਹਿਤ ਕਰਹੁ ਬਿਖਾਦਾ, ਆਸ ਕੀਜਾ ਹੈ ਜਿਮ ਹੋਏ ਅਹਲਾਦਾ। ਐਸਾ ਹੀ ਕਰੋ ਸੱਚੇ ਪਾਤਸ਼ਾਹ, ਜੈਸਾ ਮਹਾਰਾਜ ਗਰੀਬ ਨਵਾਜ ਸਾਰਿਆਂ ਦੀ ਸੁਖਦਾਈ ਹੋਵੇ। ਤੇ ਇਸ ਸਮੇਂ ਸਾਰੇ ਸਿੱਖ ਇਹੋ ਹੀ ਚਾਹੁੰਦੇ ਨੇ। ਕੀ ਚਾਹੁੰਦੇ ਨੇ? ਕਿ ਇਸ ਸਮੇਂ ਆਪ ਜੀ ਪਲਟਾ ਲਾਓ ਮਹਾਰਾਜ। ਦੂਸਰੀ ਗੱਲ, ਸੱਚੇ ਪਾਤਸ਼ਾਹ ਤੁਸੀਂ ਪੰਜੇ ਗੁਰੂਆਂ ਦੇ ਰੂਪ 'ਚ, ਗੱਜ ਕੇ ਆਖੋ ਮਹਾਰਾਜ ਤੁਸੀਂ ਮਾਲਕ 'ਚ, ਜੋ ਕਰਨਾ ਤੁਸੀਂ ਕਰਨਾ। ਤੁਸੀਂ ਪ੍ਰਤਾਪਵਾਨ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈਗਾ। ਇਸ ਪ੍ਰਕਾਰ ਮਹਾ ਪ੍ਰਤਾਪਵੰਤ ਰਣ ਧੀਰ, ਹਾਂਜੀ, ਇਨ ਕੀ ਸਾਹਮਣੇ ਅਪਰ ਸਰੀਰ। ਹਾਂਜੀ, ਇਸ ਪ੍ਰਕਾਰ ਜਬ ਵਿਰਧ ਨੇ ਕਹਿਓ, ਜਦੋਂ ਇਸ ਤਰੀਕੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਸ੍ਰੀ ਗੰਗਾ ਨੇ ਕੋ ਮਨ ਲਹਿਓ। ਤੇ ਮਾਤਾ ਗੰਗਾ ਜੀ ਵੀ ਸਹਿਮਤ ਹੋ ਗਏ ਜੀ। ਉਹਦਾ ਕਾਰਨ ਪਤਾ ਕੀ ਹੈ? ਕਮਾਈ ਵਾਲੇ ਪੁਰਸ਼ ਆਪਣੇ ਨਾਲ ਸਾਰਿਆਂ ਨੂੰ ਸਹਿਮਤ ਕਰ ਲੈਂਦੇ ਨੇ ਜੀ। ਬਾਬਾ ਜੀ ਕਮਾਈ ਵਾਲੇ ਹਨ ਜੀ। ਹਾਂਜੀ, ਸਤਿਗੁਰ ਮੰਦ ਮੰਦ ਮੁਸਕਾਏ। ਆਖੋ ਵਾਹਿਗੁਰੂ। ਸਤਿਗੁਰ ਮੰਦ ਮੰਦ ਮੁਸਕਾਏ। ਮਹਾਰਾਜ ਬਾਬਾ ਜੀ ਦੇ ਬਚਨ ਸੁਣ ਕੇ ਨਾ ਛੋਟਾ ਛੋਟਾ ਮੁਸਕਰਾਉਣ ਜੀ, ਥੋੜਾ ਥੋੜਾ ਮੁਸਕਰਾਉਣ ਜੀ। ਹਾਂਜੀ, ਕਹਿਓ ਕਿ ਚਾਹੇ ਦੁਸ਼ਟ ਮਰਵਾਏ। ਤੇ ਬਾਬਾ ਜੀ ਦੀ ਗੱਲ ਸੁਣ ਕੇ ਮੁਸਕਰਾ ਕੇ ਮਹਾਰਾਜ ਕਹਿਣ ਲੱਗੇ ਤੁਸੀਂ ਦੁਸ਼ਟ ਨੂੰ ਮਰਵਾਉਣਾ ਚਾਹੁੰਦੇ ਜੇ। ਕਹਿਣ ਲੱਗੇ ਮੁੱਕ ਦੀ ਗੱਲ ਤੇ ਹੈਗੀ ਵੀ ਤੁਸੀਂ ਦੁਸ਼ਟ ਨੂੰ ਮਰਵਾਉਣਾ ਚਾਹੁੰਦੇ ਜੇ। ਕਹਿਣ ਲੱਗੇ ਬ੍ਰਿਧ ਕੋ ਕਹਿਓ ਨਾ ਫੇਰਾ ਹੈ ਕੋਈ, ਜਿਮ ਬਚ ਕਹੇ ਤਿਮ ਹੀ ਸੱਚ ਹੋਈ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਜਾ ਰਹੇ ਸਨ ਨਾ, ਤੇ ਸਾਨੂੰ ਸਤਿਗੁਰਾਂ ਨੇ ਕਿਹਾ ਸੀ ਬਾਬਾ ਬੁੱਢਾ ਜੀ ਦਾ ਬਚਨ ਨਹੀਂ ਮੋੜਨਾ। ਤੇ ਅੱਜ ਬਾਬਾ ਬੁੱਢਾ ਜੀ ਨੇ ਸਾਨੂੰ ਕਿਹਾ ਵੀ ਦਿੱਲੀ ਜਾਣਾ ਹੈ। ਤੇ ਸਾਰੀ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਬਾਬਾ ਬੁੱਢਾ ਜੀ ਦਾ ਕਿਹਾ ਅਸੀਂ ਕਦੀ ਮੋੜ ਹੀ ਨਹੀਂ ਸਕਦੇ, ਤੁਸੀਂ ਵੀ ਨਹੀਂ ਮੋੜਨਾ। ਜੋ ਬਾਬਾ ਬੁੱਢਾ ਜੀ ਕਹਿਣਗੇ ਉਹ ਸੱਚ ਹੋਏਗਾ। ਕਹਿਣ ਲੱਗੇ ਹਾਂਜੀ, ਹੋਣਹਾਰ ਸੋ ਕਰੇ ਉਚਾਰੀ। ਵਾਹ ਵਾਹ ਵਾਹ, ਆਖੋ ਵਾਹਿਗੁਰੂ। ਕਿਉਂ? ਬਾਬਾ ਬੁੱਢਾ ਜੀ ਬਚਨ ਹੀ ਉਹ ਕਰਦੇ ਆ ਜੋ ਹੋਣਾ ਹੁੰਦਾ। ਕਹਿਣ ਲੱਗੇ ਹੋਣਹਾਰ ਸੋ ਬਚਨ ਉਚਾਰੀ। ਜੋ ਹੋਣਾ ਹੁੰਦਾ ਹੈ ਬਾਬਾ ਜੀ ਬਚਨ ਹੀ ਉਹ ਕਰਦੇ ਆ। ਜੋ ਉਚਰਹਿ ਸੋ ਹੋਵਨਹਾਰੀ। ਹਰ ਹਾਲਾਤ ਵਿੱਚ ਉਹ ਹੋ ਕੇ ਹੀ ਰਹਿੰਦਾ ਹੈ ਜੋ ਉਚਰਦੇ ਆ ਬਾਬਾ ਜੀ। ਪਾਹਨ ਰੇਖ ਮਿਟੇ ਨ ਜਾਸੇ। ਜਿਵੇਂ ਪੱਥਰ ਤੇ ਪਈ ਹੋਈ ਲੀਕ ਕਦੀ ਮਿਟਦੀ ਨਹੀਂ ਹੈ। ਗਜ ਰਜ ਨਿਗਸਨਾ ਪ੍ਰਵੇਸ਼ ਹੈ ਕੈਸੇ। ਗੱਜ ਕੇ ਆਖੋ ਹਾਥੀ ਦਾ ਦੰਦ ਜਿਹੜਾ ਇੱਕ ਵਾਰੀ ਬਾਹਰ ਨਿਕਲ ਜੇ ਉਹ ਮੁੜ ਅੰਦਰ ਨਹੀਂ ਜਾਂਦਾ ਜੀ। ਹਾਂਜੀ, ਸੁਣ ਗੁਰ ਤੇ ਗੁਰਦਾਸ ਬਖਾਨੀ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦਾ ਬਚਨ ਵੀ ਜੋ ਨਿਕਲ ਜੇ ਉਹ ਸੱਚ ਹੀ ਹੁੰਦਾ। ਕਹਿਣ ਲੱਗੇ ਬਾਬਾ ਜੀ ਦਾ ਬਚਨ ਨਹੀਂ ਮਿਟਣਾ। ਕਹਿਣ ਲੱਗੇ ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸੰਗਤ ਜੀ ਬਾਬਾ ਬੁੱਢਾ ਸਾਹਿਬ ਕਿੰਨੇ ਸਤਿਕਾਰਯੋਗ ਨੇ। ਖੁਦ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਹੈ ਕਿ ਜਿਵੇਂ ਹਾਥੀ ਦਾ ਦੰਦ ਬਾਹਰ ਗਿਆ ਅੰਦਰ ਨਹੀਂ ਜਾ ਸਕਦਾ, ਜਿਵੇਂ
ਪੱਥਰ ਤੇ ਪੈ ਗਈ ਲੀਕ ਨਹੀਂ ਮਿਟ ਸਕਦੀ, ਉਵੇਂ ਬਾਬਾ ਜੀ ਦਾ ਕਹਿਆ ਹੋਇਆ ਅਸੀਂ ਢਾਲ ਨਹੀਂ ਸਕਦੇ। ਕਹਿਣ ਲੱਗੇ ਸੁਨ ਗੁਰ ਤੇ ਗੁਰਦਾਸ ਬਖਾਨੀ। ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਬਚਨ ਕੀਤੇ ਤੇ ਭਾਈ ਗੁਰਦਾਸ ਜੀ ਲਾਗੇ ਬੈਠੇ ਗੱਲ ਕਰਨ ਲੱਗੇ। ਖਸ਼ਟ ਗੁਰ ਨ ਢੇਗੇ ਹੋ ਅਗਵਾਨੀ। ਹਾਂ ਮਹਾਰਾਜ ਤੁਸੀਂ ਸੱਚ ਕਿਹਾ। ਕਿਉਂ? 6 ਗੁਰੂਆਂ ਤੋਂ ਹੀ ਇਹ ਮੁਖੀ ਸਿੱਖ ਨੇ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਡੇ ਤੱਕ ਬਾਬਾ ਜੀ ਮੁਖੀ ਸਿੱਖ ਨੇ। ਮੁਖੀ ਹਾਂਜੀ। ਸ਼ੁਭ ਮਤ ਇਨ ਸਮ ਕਿਸ ਕੀ ਕਹੀਆ ਹੈ। ਬਾਬਾ ਜੀ ਤੋਂ ਵੱਧ ਹੋਰ ਕਿਹਦੀ ਸ਼ੁਭ ਮਤ ਹੋਏਗੀ। ਕਹਿਣ ਲੱਗੇ ਸਿੱਖਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਕਿਹਦਾ ਆਉਂਦਾ? ਬਾਬਾ ਬੁੱਢਾ ਸਾਹਿਬ ਜੀ ਦਾ ਆਉਂਦਾ ਜੀ। ਨਿਪੁਨ ਜਤਿੰਦਰੀ ਮਨ ਬਸ ਲਹੀਆ ਹੈ। ਨਿਪੁੰਨ ਹਨ। ਬਾਬਾ ਜੀ ਨੇ ਆਪਣੇ ਆਪ ਦੀਆਂ ਇੰਦਰੀਆਂ ਨੂੰ ਵਸ ਚ ਕੀਤਾ। ਕਹਿਣ ਲੱਗੇ ਹਾਂਜੀ। ਇਨ ਕੀ ਮਸਲਤ ਸਭ ਸੁਖਦਾਈ। ਇਸ ਕਰਕੇ ਮਹਾਰਾਜ ਜੋ ਬਾਬਾ ਬੁੱਢਾ ਜੀ ਨੇ ਕਹਿ ਦਿੱਤਾ ਨਾ, ਇਹ ਸਭ ਤੋਂ ਵੱਧ ਸੁਖਦਾਈ ਹੈ। ਆਖੋ ਵਾਹਿਗੁਰੂ। ਤਜਰਬਾ ਜੀ ਉਹਨਾਂ ਨੂੰ। ਇਸ ਸਮੇਂ ਬਾਬਾ ਜੀ ਦੀ ਉਮਰ ਲਗਭਗ ਨਹੀਂ ਤੇ 101 ਸਾਲ ਦੀ ਹੈ ਜੀ, ਜਦੋਂ ਦੀ ਇਹ ਕਥਾ ਹੈ ਜੀ। 1607 ਈਸਵੀ ਦੀ ਇਹ ਕਥਾ ਹੈ ਜੀ। ਹਾਂਜੀ 1607 ਈਸਵੀ ਦੀ ਕਥਾ ਹੈ। 1506 ਵਿੱਚ ਬਾਬਾ ਜੀ ਦਾ ਜਨਮ ਹੋਇਆ। 101 ਸਾਲ ਦੀ ਉਮਰ ਹੈ ਬਾਬਾ ਜੀ ਦੀ ਜੀ। ਤੇ ਵੇਖ ਲਓ ਕਿੰਨੀ ਚੜ੍ਹਦੀ ਕਲਾ ਵਾਲੇ ਬਚਨ ਕਰਦੇ ਜੀ। ਦਿੱਲੀ ਚਲਨ ਮੋਹੇ ਮਨ ਭਾਈ। ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਵੀ ਜੋ ਬਾਬਾ ਬੁੱਢਾ ਜੀ ਨੇ ਕਹਿਤਾ ਨਾ, ਦਿੱਲੀ ਜਾਣਾ ਮੈਨੂੰ ਵੀ ਚੰਗਾ ਲੱਗ ਰਿਹਾ। ਇਸ ਮਤ ਤੇ ਸੁਖ ਬਾਸ ਅਵਾਸਾ। ਦੁਤੀਏ ਚੰਦੂ ਦੁਸ਼ਟ ਵਿਨਾਸ਼ਾ। ਇਹਦੇ ਨਾਲ ਮਹਾਰਾਜ ਸੁਖ ਵਰਤੇਗਾ। ਦੂਸਰਾ ਚੰਦੂ ਦਾ ਨਾਸ਼ ਹੋਏਗਾ। ਚੰਦੂ ਨੂੰ ਤੇ ਛੱਡਣਾ ਹੀ ਨਹੀਂ ਨਾ ਕੋਈ ਚਾਹੁੰਦਾ। ਹਾਂਜੀ। ਤ੍ਰਿਤੀਏ ਸਬਥ ਕਰਹੇਂਗੇ ਪੂਰੀ। ਹਾਂਜੀ। ਮਿਲਣ ਸ਼ਾਹੋ ਸੋ ਹਵੈ ਬਿਦ ਰੂਰੀ। ਤੇ ਜੇ ਬਾਬਾ ਜੀ ਨੇ ਕਿਹਾ ਹੈ ਤੇ ਬਾਦਸ਼ਾਹ ਨੂੰ ਮਿਲਣਾ ਚੰਗਾ ਹੀ ਹੋਏਗਾ। ਸਾਡਾ ਸਪਤ ਜਿਹੜੀ ਤੁਹਾਡਾ ਪ੍ਰਣ ਜਿਹੜਾ ਉਹ ਪੂਰਾ ਹੋ ਜਾਏਗਾ। ਹਾਂਜੀ। ਕਰਤ ਆਨੰਦ ਬਿਲੰਦ ਬਿਲਾਸਾ। ਆਏ ਸੁਧਾਸਰ ਬਾਸੇ ਬਾਸਾ। ਗੱਜ ਕੇ ਆਖੋ ਆਨੰਦ ਦੇ ਨਾਲ ਜਾਓ ਮਹਾਰਾਜ, ਮਿਲ ਕੇ ਆਓ ਤੇ ਮੁੜ ਸੁਧਾਸਰ ਆ ਕੇ ਵਸ ਜਿਓ, ਅੰਮ੍ਰਿਤਸਰ ਵਸ ਜਿਓ। ਸ਼੍ਰੀ ਗੰਗਾ ਸੁਨ ਮਨ ਹਰ ਖਾਨੀ। ਮਾਤਾ ਗੰਗਾ ਜੀ ਸੁਣ ਕੇ ਖੁਸ਼ ਹੋ ਗਏ ਜੀ। ਹਾਂਜੀ। ਇਹ ਸਭ ਵੱਡਿਆਂ ਕੇ ਸਥਾਨੀ। ਕਹਿਣ ਲੱਗੇ ਹਾਂ ਇਹ ਵੱਡਿਆਂ ਦੇ ਥਾਂ ਨੇ ਸਾਰੇ, ਅਸੀਂ ਨਹੀਂ ਇਹ ਥਾਂ ਛੱਡਣੀ। ਹਾਂਜੀ। ਇਨ ਕੋ ਕਹਿਨ ਕਰਨ ਹੀ ਬਨੈ। ਸ਼ੁਭ ਸਭ ਹੋਏ ਜਥਾ ਬਚਪਨ। ਬਾਕੀ ਜੋ ਬਾਬਾ ਬੁੱਢਾ ਜੀ ਨੇ ਕਹਿ ਦਿੱਤਾ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਹਾਂਜੀ। ਖਾਂ ਵਜ਼ੀਰ ਜਿਮ ਜੁਗਤ ਬਤਾਵੈ। ਮਿਲਣ ਚਾਹੋ ਸੋ ਤਿਮ ਬਨ ਆਵੈ। ਨਿਤ ਪ੍ਰਤ ਨਿਕਟ ਹਕਾਰਨ ਕਰੀਆ ਹੈ। ਦਾਨ ਮਾਨ ਤੇ ਤੋਸਨ ਧਰਿਆ ਹੈ। ਇਸ ਕਰਕੇ ਵਜ਼ੀਰ ਖਾਨ ਦੀ ਗੱਲ ਵੀ ਸਹੀ ਹੈ। ਤੇ ਤੁਹਾਨੂੰ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਡੇ ਵੱਲੋਂ ਇਹੋ ਹੀ ਬੇਨਤੀ ਹੈ, ਮਹਾਰਾਜ ਆਪ ਦਿੱਲੀ ਜਾਓ ਤੇ ਬਾਦਸ਼ਾਹ ਨੂੰ ਮਿਲੋ। ਹੁਣ ਸਤਿਗੁਰੂ ਫਿਰ ਸਾਰਿਆਂ ਦੀ ਗੱਲ ਮੰਨ ਕੇ ਵਜ਼ੀਰ ਖਾਨ ਨੂੰ ਪਾਸ ਸੱਦਣਗੇ। ਉਹਨੂੰ ਫਿਰ ਕਹਿਣਗੇ ਵੀ ਅਸੀਂ ਦਿੱਲੀ ਆਉਂਦੇ ਹਾਂ। ਦਿੱਲੀ ਜਾਣਗੇ। ਮਜਨੂ ਟਿੱਲੇ ਸੱਚੇ ਪਾਤਸ਼ਾਹ ਜੀ ਨੇ ਰੁਕਣਾ, ਬੜਿਆਂ ਦਾ ਭਲਾ ਕਰਨਾ। ਇਹ ਫਿਰ ਪ੍ਰਸੰਗ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਿਹਰਬਾਨ ਹਨ, ਗਰੀਬ ਨਵਾਜ਼ ਹਨ। ਬਾਬਾ ਬੁੱਢਾ ਜੀ ਦੀ ਸ਼ਰਧਾ ਪੂਰੀ ਹੈ। ਪਿਆਰ ਨਾਲ ਆਖੋ ਵਾਹਿਗੁਰੂ। ਬਾਬਾ ਜੀ ਦੀ ਜਿਹੜੀ ਸ਼ਰਧਾ ਹੈ ਨਾ ਸੰਗਤ ਜੀ, ਉਹ ਪੂਰੀ ਹੈ ਸਤਿਗੁਰੂ ਉੱਤੇ। ਤੇ ਚੇਤਾ ਰੱਖਿਓ, ਜਿਹਦੀ ਸ਼ਰਧਾ ਪੂਰੀ ਹੋਵੇ ਨਾ ਜੀ, ਹਾਂਜੀ, ਉਹਨੂੰ ਕੋਈ ਖਤਰਾ ਨਹੀਂ ਹੈਗਾ ਜੀ। ਉਹ ਦੂਜੇ ਜਿਹੜੇ ਆ ਉਹ ਕੋਈ ਮਹਾਰਾਜ ਨੂੰ ਆਖੇ ਸੱਚੇ ਪਾਤਸ਼ਾਹ
नहीं जाना चाहिए। कोई आखे महाराज गरीब नवाज दूजे थां ही छड्ड के चले जाना चाहिए। ते बाबा जी ने फिर सही सलाह दी जी, शरधा पूरी रखनी है जी, शरधा पूरी रखनी है। चेता रखियो वट जिन्नी मजबूत होवे ਉਹਦੇ अंदर पानी टिकदा है जी। शरधा जिन्नी मजबूत होएगी उन्नी गुरु की कृपा टिकेगी जी। इस करके सतगुरु जी उत्ते वड्डी शरधा रखनी है, प्रेम रखना है। बाबा बुढ़ा जी कह रहे हैं संगत नूं, कहंदे गुरु हरगोबिंद साहब 5 गुरुआं दा रूप ने, एक नहीं है, 5 गुरु इन्हां दे नाल ने। 5 प्याले 5 पीर, 6ठम पीर बैठा गुर भारी। बाबा जी दे नाल 5 गुरु ने, 5 गुरुआं दा रूप ने बाबा जी। वाहिगुरु गुरु साहब 5 गुरुआं दा रूप ने। सो इस करके वड्डी शरधा भावना रखिया करिए। आओ प्यार दे नाल पंक्ति पढ़ लो, फिर दास खिमा मंगे। जिन्नी डिठा मेरा सतगुर भाव कर, जिन्नी डिठा मेरा, जिन्नी डिठा मेरा सतगुर भाव कर, जिन्नी डिठा तिनके सब पाप निवारी, तिनके जेड़ा जेड़ा शरधा दे नाल दर्शन करेगा गुरु साहब किरपा करदे उन्हां दे पाप दूर हो जांदे जी। ते पाप साडे कोल बड़त हुंदे आ जी, पाप रोज ही बड़े हुंदे आ। इस करके शरधा रखनी सतगुरु ते, शरधा दे नाल सतगुरां दे करने दर्शन, सब पाप दूर हो जाते जी। गरीब नवाज सच्चे पातशाह मेहर करन, किरपा करन। अगला प्रसंग कल नूं सरवण करांगे। सब संगतां दोवें हथ जोड़ के गज के फतेह बुलाओ जी। वाहिगुरु जी की फतेह।